शुरू ख़ातमुन नबीयीन सल्लल्लाहु अलैहि वसल्लम के खालिक और मालिक के बाबरकत नाम या अल्लाह के साथ जो रहमान भी है और रहीम भी। अस्सलाम वालेकुम नाज़रीन, मुझे मियाँ इमरान अरशद कहते हैं और आप देख रहे हैं प्रोग्राम लाहौर पूछता है। वो कहते हैं ना, बकरे की माँ कब तक खैर मनाएगी। जब आपने एक जुर्म किया हो तो एक ना एक दिन आपको अपना किया भुगतना पड़ता है, आप जितना मर्जी भाग लें। तो मेरे साथ एक ऐसे किरदार मौजूद हैं, बहैसियत इंसान, इनके मामलात ऑब्वियसली इनकी ग्रेस डिग्निटी है, लेकिन जो जुर्म इन्होंने किया है उसके बाद ये 22 साल फरार रहे हैं। जिंदगी का एक हिस्सा होता है, जनरेशन बदल जाती है। इस थाने के सबसे पुराने इश्तिहारी थे और बिलाखिर ये पकड़े गए हैं। समझते हैं इनकी कहानी, इनकी जुबानी इन्होंने कत्ल किया था, किसका किया था, क्यों किया था और उसके बाद कैसे रुपोश जिंदगी गुजारी थी। समझते हैं। अस्सलाम वालेकुम। वालेकुम सलाम। की ना है? शाहिद किनू मारिया सी? ਇੱਥੇ काम करते सी पोल्ट्री फार्म ਤੇ ਜੀ। ਕੰਮ ਕਰਦੇ ਸੀ, ਮੈਂ ਪੁੱਛਿਆ ਮਾਰਿਆ ਕਿਨੂੰ? ਉੱਥੇ ਮਾਰਿਆ ਨਹੀਂ ਸੀ ਅੰਜ, ਲੇਕਿਨ ਇੱਥੇ ਮਜ਼ਦੂਰੀ ਕਰਦੇ ਸੀ ਜੀ। ਇੱਥੇ ਆਏ ਸੀ 10-12 ਬੰਦੇ। ਕੌਣ ਮਰਿਆ ਸੀ? ਹੈ ਸੀ ਉਹਨਾਂ ਦਾ ਜੀ ਉਹ ਮੁੰਸ਼ੀ। ਕਿਹਨਾਂ ਦਾ? ਉਹ पोल्ट्री फार्म ਦਾ ਮੁੰਸ਼ੀ ਸੀ, ਉਹ ਮਰਿਆ ਜਾਂ ਮਾਰਿਆ? ਜੀ ਹਾਂ। ਮਰਿਆ ਜਾਂ ਮਾਰਿਆ? ਉਹ ਮਰਿਆ ਜਾਂ ਮਾਰਿਆ, ਉਹ ਯਾਨੀ ਕਿ ਮੈਂ ਉਹਨੂੰ ਨਹੀਂ ਵੇਖਿਆ ਮਰੇ ਨੂੰ ਉਸ ਵੇਲੇ। ਵਾਕਿਆ ਕੀ ਹੋਇਆ ਸੀ ਉਹ ਦੱਸੋ। ਵਾਕਿਆ ਜੀ ਵੀ ਰਾਤੀ ਅਸੀਂ ਜਿਹੜਾ ਨਾ ਮਾਲ ਲੋਡ ਕਰਦੇ ਰਹੇ ਹਾਂ ਉੱਥੇ ਉਹ ਗੱਡੀਆਂ ਤੇ ਤਕਰੀਬਨ 10-11-12 ਦਾ ਟਾਈਮ ਸੀ। ਉਸ ਵੇਲੇ ਉੱਥੇ ਫਾਇਰ ਹੋਇਆ ਇੱਕ। ਅੱਛਾ ਜੀ। ਜੀ ਹਾਂ। ਜਦੋਂ ਫਾਇਰ ਹੋਇਆ ਤੇ ਅਸੀਂ ਸਾਰੇ ਜਿਹੜੇ ਨਾ ਅੱਗੇ ਪਿੱਛੇ ਨੱਸ ਗਏ, ਸਮਝਾ ਗਏ ਉੱਥੇ। ਲੇਕਿਨ ਇਹ ਜਿਹੜੇ ਮੇਰੇ ਨਾਲ ਦੇ ਮੁੰਡੇ ਸੀ ਨਾ 7-8 22 ਸਾਲਾਂ ਮੇਰੇ ਖਿਆਲ ਨਾਲ ਮੇਰਾ ਭਰਾ ਕਹਾਣੀ ਵੀ ਭੁੱਲ ਗਿਆ। ਫਾਇਰ ਨਹੀਂ ਹੋਇਆ ਸੀ, ਫੰਦਾ ਦੇ ਕੇ ਮਾਰਿਆ ਸੀ। ਫਾਇਰ ਵੀ ਹੋਇਆ ਸੀ ਸਾਰੇ ਉੱਥੇ। ਅੱਛਾ ਜੀ। ਕਿਹਨੇ ਕੀਤਾ ਸੀ ਫਾਇਰ ਵੀ ਉੱਥੇ ਹੋਇਆ ਸੀ, ਲੇਕਿਨ ਇਹ ਨਹੀਂ ਪਤਾ ਕਿਹਨੇ ਫਾਇਰ ਕੀਤਾ ਸੀ। ਫਾਇਰ ਵੀ ਉੱਥੇ ਹੋਇਆ ਸੀ ਭਾਈ ਮੇਰੇ। ਫਿਰ ਕੀ ਕੀਤਾ? ਤੇ ਉੱਥੋਂ ਜਦੋਂ ਅਸੀਂ ਨੱਸੇ ਆ ਸਾਰੇ, ਤੇ ਜਿਹੜੇ ਮੇਰੇ ਨਾਲ ਦੇ ਮੁੰਡੇ ਸਨ ਉਹ ਗਏ ਨੇ ਉੱਥੇ ਚੌਧਰੀ ਵਹੀਦ ਦੇ ਘਰ। ਚੌਧਰੀ ਵਹੀਦ ਕੌਣ ਹੈ? ਉਹ ਉਸ ਪੋਲਟਰੀ ਫਾਰਮ ਦਾ ਯਾਨੀ ਕਿ ਮਾਲਕ ਵੀ ਸੀ ਤੇ ਇੱਕ ਉਹਦਾ ਮਸ਼ੇਰ ਸੀ। ਹੋਰ ਮਾਲਕ ਦਾ ਮਸ਼ੇਰ ਸੀ? ਜੀ ਹਾਂ। ਉਹ ਦੋ ਮਸ਼ੇਰ ਹੀ ਸਨ, ਹਿੱਸੇਦਾਰ ਭਾਈਵਾਲ ਹੋਣ। ਹਾਂ। ਤੇ ਜਿਹੜਾ ਉਹ ਸੀ ਮੁੰਸ਼ੀ, ਉਹ ਵੀ ਜਿਹੜਾ ਨਾ ਉਹਨਾਂ ਦੇ ਭਾਈਵਾਲ ਸੀ। ਪਹਿਲੇ ਮੁੰਸ਼ੀ ਸੀ, ਬਾਅਦ ਦੇ ਭਾਈਵਾਲ ਵੀ ਸੀ। ਤਰਾਏ ਭਾਈਵਾਲ ਹੈਗੇ ਸਨ, ਇੱਕ ਜਿਹੜਾ ਮਾਰਿਆ ਗਿਆ ਉਹ ਤੇ ਦੋ ਭਾਈਵਾਲ ਅਲੱਗ। ਅੱਛਾ ਜੀ। ਯਾਨੀ ਕਿ ਦੋ ਸੱਕੇ ਮਸ਼ੇਰ ਸਨ ਤੇ ਇੱਕ ਉਹਨਾਂ ਦੇ ਉਹ ਯਾਨੀ ਕਿ ਜਿਹੜਾ ਮੁੰਸ਼ੀ ਸੀ ਉਹ ਭਾਈਵਾਲ ਵੀ ਸੀ ਉਹਨਾਂ ਦਾ। ਫਿਰ ਜਿਹੜਾ ਵਹੀਦ ਹੈ ਸੀ ਨਾ ਮੁੰਸ਼ੀ, ਉਹਨਾਂ ਦਾ ਭਾਈਵਾਲ, ਉਹਨਾਂ ਦੀ ਆਪਤ ਯਾਨੀ ਕਿ ਜਿਹੜਾ ਨਾ ਵੈਸੇ ਨਹੀਂ ਸੀ ਬਣਦੀ। ਉਹ ਇੱਕ ਦੂਸਰੇ ਨਾਲ ਯਾਨੀ ਕਿ ਉਹ ਕਾਫੀ ਯਾਨੀ ਕਿ ਲੜਦੇ ਛੜਦੇ ਰਹਿ ਜਾਂਦੇ ਸਨ। ਇੱਟ ਖੜਾ ਘਰ ਆਉਂਦਾ ਸੀ। ਜੀ ਹਾਂ। ਤੇ ਜਿਹੜੇ ਨਾਲ ਦੇ ਮੁੰਡੇ ਸਨ ਨਾ ਸਾਡੇ ਕੰਮ ਕਰਦੇ ਜੀ, ਉਹ ਇੱਥੋਂ ਨਾਸ ਕੇ ਤੇ ਵਹੀਦ ਦੇ ਘਰ ਗਏ ਸੀ। ਮੁੰਸ਼ੀ ਨਾਲ ਰੌਲਾ ਕੀ ਸੀ, ਮਸਲਾ ਕੀ ਸੀ ਮੁੰਸ਼ੀ ਦਾ, ਕਿਉਂ ਉਹਨੂੰ ਮਾਰਨਾ ਪਿਆ? ਜਿਹੜਾ ਵਹੀਦ ਸੀ ਨਾ ਜੀ, ਉਹਨੇ ਕੀਤੀ ਹੋਈ ਸੀ 2 ਸ਼ਾਦੀਆਂ। ਇੱਕ ਉਹਨੇ ਪਿੰਡ ਕੀਤੀ ਹੋਈ ਸੀ ਉੱਥੇ ਢੋਬੇ ਆਪਣੇ। ਅੱਛਾ ਜੀ। ਇੱਕ ਉਹਨੇ ਇੱਥੇ ਆ ਤੇ ਕੀਤੀ ਸੀ ਲਾਹੌਰ। ਫਿਰ ਤੇ ਉਹ ਜਿਹੜਾ ਉਹਦਾ ਆਇਆ ਸੀ ਨਾ ਮਸ਼ੇਰ, ਉਹ ਇਸ ਚੀਜ਼ ਨੂੰ ਨਹੀਂ ਸੀ ਚੰਗਿਆ ਸਮਝਦਾ ਵੀ ਜਿਹੜਾ ਆਇਆ ਸੀ ਨਾ ਉਹਦੀ ਉਹ ਕੋਈ ਰਿਸ਼ਤੇਦਾਰ ਸੀ। ਨਾ ਵਹੀਦ ਮਰਿਆ ਤੇ ਨਾ ਮਸ਼ੇਰ ਮਰਿਆ, ਤੀਜਾ ਭਾਈਵਾਲ ਮਾਰਿਆ ਗਿਆ। ਉੱਥੇ ਉਹ ਜਿਹੜਾ ਸੀ ਨਾ ਉਹ ਫਿਰ ਆਪਾਂ ਤੇ ਜਿਹੜਾ ਨਾ ਮਸ਼ੇਰ ਪਹਿਲੇ ਵੀ ਉੱਥੇ ਫਰਾਡ ਕਰਤੇ ਆਇਆ ਸੀ ਜਿਹੜਾ ਟੋਬੇ। ਜੀ ਹਾਂ। ਵਹੀਦ ਜਿਹੜਾ ਸੀ ਨਾ ਉਹ ਜੰਗ ਵੀ ਫਰਾਡ ਕਰਕੇ ਤੇ ਇੱਥੇ ਆਇਆ ਸੀ। ਉੱਥੇ ਉਹਨੇ ਆਪਣਾ ਮਾਲ ਲਦਾ ਕੇ ਉਹਦੇ ਮਸ਼ੇਰ ਨੇ ਇੱਥੇ ਭੇਜਿਆ। ਉਹਨੇ ਆ ਕੇ ਉੱਥੇ ਉਹਨੂੰ ਡਾਕਾ ਪੈ ਗਿਆ ਇੱਥੇ। ਫਿਰ ਇੱਥੇ ਉਹ ਨਾ ਕੇ ਕਿਰਾਏ ਤੇ ਛੱਡ ਲਾ ਕੇ ਤੇ ਸਾਨੂੰ ਫਿਰ ਇੱਥੇ ਲੈ ਕੇ ਆਂਦਾ ਸੀ ਉਹਨਾਂ ਨੇ ਉਧਰੋਂ ਜੰਗ ਤੋਂ, ਯਾਨੀ ਲੇਬਰ ਵੀ ਉੱਥੋਂ ਲੈ ਕੇ ਆਏ। ਕੋਈ ਜ਼ਿਆਦਾ ਮੁੰਡੇ ਜਿਹੜੇ ਸਨ ਉਹਨਾਂ ਦੇ ਪਿੰਡ ਦੇ ਸਨ, ਆਪਣੇ ਪਿੰਡ ਦੇ। ਅਸੀਂ 2-3 ਮੁੰਡੇ ਉੱਥੇ ਦੇ ਸਾਂ ਵਹੀਦ ਦੇ ਪਿੰਡ ਦੇ। ਇਹਦੇ ਚ ਕਤਲ ਦੀ ਕਹਾਣੀ ਕਿੱਥੋਂ ਹੈ? ਇਹ ਤੇ ਉਹਦੇ ਕਾਰੋਬਾਰ ਦੀ ਕਹਾਣੀ ਹੈ, ਕਤਲ ਕਿਵੇਂ ਹੋਇਆ ਮੈਨੂੰ ਉਹ ਦੱਸ। ਤੇ ਲੇਕਿਨ ਇਹ ਬਸਾਰ ਜਿਸਲੇ ਜਿਹੜੇ ਆ ਸਨ ਮੁੰਡੇ ਜਿੰਨੇ ਵੀ ਆਏ ਸਨ ਸਾਡੇ ਨਾਲ ਦੇ ਮੁੰਡੇ, ਉਹ ਸਾਰੇ ਵਹੀਦ ਦੇ ਘਰ ਗਏ ਸਨ। ਉੱਥੇ ਉਹਨਾਂ ਜਾ ਤੇ ਮੰਗੇ ਸਨ ਉਹਦੇ ਕੋਲ ਪੈਸੇ। ਤੁਸੀਂ ਵੀ ਵਹੀਦ ਦੇ ਘਰ ਗਏ? ਨਹੀਂ, ਮੈਂ ਨਹੀਂ ਗਿਆ ਜੀ। ਪਹਿਲੇ ਦੱਸਿਆ ਮੈਂ ਵਹੀਦ ਦੇ ਘਰ ਉੱਥੋਂ ਗਿਆ ਜਦੋਂ ਬੰਦਾ ਮਰ ਗਿਆ, ਫਾਇਰ ਹੋਇਆ ਤੇ ਨਸ਼ੇ ਤੇ। ਉਹ ਇੱਥੇ ਆਇਆ ਸੀ, ਮੈਂ ਇੱਥੇ ਰਹਿੰਦੇ। ਇੱਥੇ ਵਾਲੇ ਘਰ? ਹਾਂ, ਇੱਥੇ ਆਇਆ ਸੀ। ਇੱਥੇ ਫਿਰ ਉਸ ਤੋਂ ਬਾਅਦ ਕਿਰਾਏ ਦਾ ਘਰ ਲਿਆ ਹੋਇਆ ਸੀ ਇੱਥੇ, ਲੇਕਿਨ ਇੱਥੇ ਉਹ ਘਰ ਨਹੀਂ ਸੀ। ਇਹਨਾਂ ਦੇ ਘਰ ਨੂੰ ਇੱਥੇ ਤਾਲਾ ਲੱਗਾ ਹੋਇਆ ਸੀ।
ਜਿਹੜਾ ਇੱਥੇ ਘਰ ਆਇਆ ਸੀ ਨਾ ਉਹਨੂੰ ਤਾਲਾ ਲੱਗਵਾਇਆ ਸੀ, ਇੱਥੇ ਉਹ ਘਰ ਨਹੀਂ ਸੀ ਆਇਆ, ਨਾ ਵਹੀ ਸੀ ਨਾ ਉਹਦੀ ਉਹ ਪਹਿਲੀ ਬੁੱਢੀ ਸੀ। ਫਿਰ ਇੱਥੇ ਉਹ ਕੋਈ ਨਹੀਂ ਸੀ। ਮੈਂ ਤਾਂ ਫਿਰ ਆਪਣੇ ਪਿੰਡ ਚਲਾ ਗਿਆ। ਕਿਹੜੇ? ਜਾਂਗੀ। ਅੱਛਾ। ਜਿਹੜੇ ਮੇਰੇ ਨਾਲ ਦੇ ਮੁੰਡੇ ਸਨ, ਯਾਨੀ ਕਿ ਉਹਨਾਂ ਦੇ ਵੀ ਪਿੰਡ ਦੇ ਤੇ ਮੇਰੇ ਪਿੰਡ ਦੇ ਵੀ, ਉਹ ਸਾਰੇ ਵਹੀ ਦੇ ਘਰ ਗਏ ਸਨ ਪੈਸੇ ਮੰਗਣ ਵਾਸਤੇ। ਉਸ ਤੋਂ ਬਾਅਦ ਉਹ ਉੱਥੇ ਪੈਸੇ ਲੈਣ ਗਿਆ ਤੇ ਉੱਥੇ ਵਹੀਦ ਉਹਨਾਂ ਤੋਂ ਪਹਿਲਾਂ ਹੀ ਸੀ, ਉੱਥੇ ਉਹਨੇ ਜਾ ਕੇ ਉਹਨਾਂ ਸਾਰੇ ਮੁੰਡਿਆਂ ਨੂੰ ਫੜਵਾਇਆ ਜੀ। ਸਾਰੇ ਫੜੇ ਗਏ, ਇੱਕ ਬੰਦਾ ਰਹਿ ਗਿਆ, ਉਹ ਤੂੰ ਸੇ। ਜੀ ਹਾਂ 22 ਸਾਲ ਤੂੰ ਮਫਰੂਰ ਰਿਹਾ, ਜੀ ਹਾਂ ਤੂੰ ਨਹੀਂ ਫੜੀ ਗਿਆ। ਜੀ ਹਾਂ। ਫਿਰ ਹੁਣ ਕਿਵੇਂ ਫੜੀ ਗਿਆ? ਹੁਣ ਤਾਂ ਸਰ ਮਿਸਤਰੀਆਂ ਵਾਲਾ ਕੰਮ ਕਰਿਆ ਨਾ। ਮੈਨੂੰ ਇੱਕ ਗੱਲ ਦੱਸੋ, ਇਹ ਜਿਹੜਾ ਮੁੰਸ਼ੀ ਮਾਰਿਆ ਸੀ ਇਹ ਕਿੰਨੇ ਮਾਰਿਆ ਸੀ? ਪਤਾ ਤੇ ਹੋਏਗਾ, ਇਹ ਤਾਂ ਮੁਮਕਿਨ ਨਹੀਂ ਕਿ ਪਤਾ ਨਾ ਹੋ। ਸਰ ਮੈਂ ਤੁਹਾਨੂੰ ਦੱਸਦਾ ਪਿਆ, ਮੈਂ ਉਹਨੂੰ ਇਹ ਵੀ ਨਹੀਂ ਵੇਖਿਆ ਵੀ ਉਹ ਮਰਿਆ ਕਿੱਥੇ ਪਿਆ ਸੀ। ਜਦੋਂ ਮੈਂ ਵੇਖਣ ਦਾ ਨਹੀਂ ਪੁੱਛ ਰਿਹਾ, ਮਾਰਿਆ ਕਿੰਨੇ ਸੀ? ਜਿਸਲੇ ਫਾਇਰ ਹੋਇਆ ਨਾ ਜੀ, ਉਸ ਤੋਂ ਪਿੱਛੇ ਤੇ ਅਸੀਂ ਉੱਥੇ ਖਲੋਤੇ ਹੀ ਨਹੀਂ, ਜਿੰਨੇ ਮੁੰਡੇ ਆਏ ਸੀ। ਕਿੰਨੇ ਮੁੰਡੇ ਸੀ? ਅਸੀਂ ਤੇ ਉੱਥੇ ਮੇਰੇ ਖਿਆਲ 10 ਜਾਂ 11 ਮੁੰਡੇ ਆਏ ਸਨ। ਬਕਾਇਆ 10 ਜਾਂ 11 ਮੁੰਡਿਆਂ ਨੇ ਚੋਂ ਕਿਸੇ ਨਾਲ ਇਹਨਾਂ 22 ਸਾਲਾਂ ਦੀ ਮੁਲਾਕਾਤ ਹੋਈ? ਨਹੀਂ ਜੀ, ਕਿਸੇ ਨਾਲ ਨਹੀਂ। ਕੋਈ ਨਾਂ ਯਾਦ ਨੇ? ਨਾ ਮੇਰੇ ਖਿਆਲ 2-3 ਹੀ ਯਾਦ ਹਨ। ਕੀ ਨਾਂ ਹੈ? ਇੱਕ ਦਾ ਨਾਮ ਮੇਰੇ ਖਿਆਲ ਜਮਸ਼ੇਦ ਸੀ ਤੇ ਇੱਕ ਦਾ ਨਾਮ ਉਮਰ ਦਰਾਜ਼ ਮੇਰੇ ਖਿਆਲ ਆਇਆ ਸੀ, ਇੱਕ ਹੋਰ ਹੈ ਪਤਾ ਨਹੀਂ। ਉਹ ਤਾਂ ਕਾਫੀ ਆਣ ਨਾ ਇਹ ਵੀ ਫੜੀ ਗਏ ਸਨ ਜੀ। ਇਹ ਫੜੇ। ਹੁਣ ਇਹ ਕਿੱਥੇ ਨੇ ਸਾਰੇ? ਇਹ ਮੇਰੇ ਖਿਆਲ ਇਹਨਾਂ ਨੇ ਉਹ ਸਜ਼ਾ ਕੱਟੀ ਹੈ। ਕਿੰਨੀ? ਇਹ ਨਹੀਂ ਪਤਾ ਜੀ। ਜ਼ਮਾਨਤਾਂ ਹੋ ਗਈਆਂ ਮੇਰੇ ਖਿਆਲ ਕੁਛ ਦੀ ਖਾਰਜ ਹੋ ਗਏ ਕਿ ਕੀ ਬਣਿਆ? ਕੁਛ ਦੀ ਹੋ ਗਿਆ ਤੇ ਕੁਛ ਨੇ ਮੇਰੇ ਖਿਆਲ ਅੰਦਰ ਹੀ ਆਂ ਜੀ। ਅੱਛਾ, ਹੁਣ ਤੁਹਾਡਾ ਕੀ ਮਾਮਲਾ ਹੈ ਸਾਰੀ ਕਹਾਣੀ? ਤੁਸੀਂ ਤੇ ਕਹਿ ਰਹੇ ਹੋ ਨਾ ਮੈਂ ਵੇਖਿਆ ਨਾ ਮੈਨੂੰ ਪਤਾ, ਇਹ ਵੀ ਨਹੀਂ ਪਤਾ ਮਰਿਆ ਕੌਣ? ਇਹ ਪਤਾ ਸੀ ਕਿ ਮੁੰਸ਼ੀ ਮਰਿਆ ਕਿ ਇਹ ਵੀ ਨਹੀਂ ਪਤਾ? ਇਹ ਪਤਾ ਸੀ ਵੀ ਮੁੰਸ਼ੀ ਮਰਿਆ। ਕਿਹਨੇ ਦੱਸਿਆ ਸੀ? ਇਹ ਉਹਨਾਂ ਨੇ ਹੀ ਦੱਸਿਆ ਸੀ। ਇਹ ਜਿਹੜਾ ਆਇਆ ਸੀ ਨਾ ਜਮਸ਼ੇਦ, ਇਹ ਉਹਨੇ ਹੀ ਦੱਸਿਆ ਸੀ। ਤੁਸੀਂ ਕਹਿ ਰਹੇ ਹੋ ਕਿ ਮੈਂ ਨਸ ਗਿਆ, ਬਕਾਇਆ ਸਾਰੇ ਇੱਧਰ ਉੱਧਰ ਤਿੱਤਰ ਹੋ ਗਏ, ਪਤਾ ਹੀ ਕੋਈ ਨਹੀਂ। ਤਿੱਤਰ ਇੰਜ ਉਹ ਜੋ ਮੁੰਡੇ ਸਨ ਨਾ, ਜਿਹੜਾ ਉਮਰ ਦਰਾਜ਼ ਤੇ ਜਿਹੜਾ ਹੈ ਸੀ ਆਪਣਾ ਜਮਸ਼ੇਦ, ਉਹ ਮੇਰੇ ਪਿੰਡ ਦੇ ਸਨ। ਮਿਲੇ ਨਾ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਮਿਲਿਆ, ਹਾਲਾਂਕਿ ਮਿਲਦੇ ਰਹੇ। ਜਿਹੜੇ ਉਹ ਜਿਸ ਦੇ ਇੱਥੋਂ ਗਏ ਨਾ, ਉਸ ਤੋਂ ਪਿੱਛੇ ਉੱਥੇ ਉਹ ਮਿਲੇ ਮੈਨੂੰ। ਇਹੀ ਤੇ ਗੱਲ ਮੈਂ ਪੁੱਛ ਰਿਹਾ ਕਿ ਤੁਹਾਡੀ ਉਹਨਾਂ ਨਾਲ ਮੁਲਾਕਾਤ ਰਹੀ ਹੈ। ਜੀ ਲੇਕਿਨ ਉਸ ਤੇ ਜਲੇ ਉਹਨੇ ਭਾਈ ਨੇ ਉਹਨਾਂ ਨੂੰ ਫੜਾਇਆ, ਉਸ ਤੋਂ ਪਿੱਛੇ ਮੈਂ ਉਹਨਾਂ ਨੂੰ ਮਿਲਿਆ ਨਾ ਭਾਈ ਨੂੰ ਨਾ ਉਹਨਾਂ ਨੂੰ। ਤੁਹਾਨੂੰ ਪਤਾ ਹੈ ਇਸ ਥਾਣੇ ਦਾ ਸਭ ਤੋਂ ਪੁਰਾਣਾ ਇਸ਼ਤਿਹਾਰੀ ਕੌਣ ਹੈ? ਹਾਂਜੀ ਕੌਣ ਹੈ? ਮੈਂ ਹਾਂਜੀ। ਤੁਹਾਨੂੰ ਤਾਂ ਵਰਲਡ ਕੱਪ ਲੱਭਣਾ ਚਾਹੀਦਾ ਹੈ ਨਾ? 22 ਸਾਲਾਂ ਤੋਂ ਪੁਲਿਸ ਤੁਹਾਨੂੰ ਲੱਭ ਰਹੀ ਸੀ। ਜੀ ਅੱਛਾ, ਹੁਣ ਅੱਗੇ ਕੀ ਹੋਏਗਾ? ਕਰਦੇ ਕੀ ਰਹੇ ਨਾ 22 ਸਾਲੇ? ਕੀ ਕੀਤਾ? ਨਾਮ ਹੀ ਬਦਲੀ ਰੱਖਿਆ ਸੁਣਿਆ। ਜੀ ਕੀ ਨਾਂ ਰੱਖਿਆ ਸੀ? ਅਸਲਮ। ਅਸਲਮ, ਯਾਨੀ ਤੁਸੀਂ ਕੀਤਾ ਕੁਛ ਨਹੀਂ, ਤੁਸੀਂ ਵੇਖਿਆ ਕੁਛ ਨਹੀਂ ਨਾ, ਤੁਸੀਂ ਐਵੇਂ ਬਦਲ ਨਾ ਜੀ ਡਾਰੇ ਚ ਜੀ। ਡਾਰੇ ਚ। ਸ਼ਨਾਖਤੀ ਕਾਰਡ ਕਿੰਨੇ ਸਾਲ ਨਹੀਂ ਬਣਵਾਇਆ? ਹਾਂਜੀ ਸ਼ਨਾਖਤੀ ਕਾਰਡ ਕਿੰਨੇ ਸਾਲ ਨਹੀਂ ਬਣਵਾਇਆ? शनाख्ती कार्ड मेरे ख्याल है 5-6 साल नहीं बनवाया। ਨਹੀਂ ਭਾਈ ਜਨ 2001 ਚ ਕਤਲ ਕੀਤਾ, 2016 ਚ ਸ਼ਨਾਖਤੀ ਕਾਰਡ ਬਣਵਾਇਆ। बम्मो मैं इन्ना याद ਉਨੀ ਦੇਰ ਉਹ ਫੋਟੋ ਵਾਲਾ ਸ਼ਨਾਖਤੀ ਕਾਰਡ ਹੀ ਲੈ ਕੇ ਘੁੰਮਦੇ ਰਹੇ, ਐਵੇਂ ਹੀ ਹੈ ਨਾ? हाँ वो तो होंगे मेरे ख्याल हो ही से। हाँ जी ਨਹੀਂ ਉਹ ਤੇ ਬੜੀ ਦੇਰ ਦੇ ਖਤਮ ਹੋ ਗਏ ਸਨ, ਤੁਹਾਨੂੰ ਨਹੀਂ ਪਤਾ ਲੱਗਾ। जी हाँ। ਅੱਛਾ, ਉਸ ਤੋਂ ਬਾਅਦ ਫਿਰ ਅੱਗੇ ਕੀ ਕੀਤਾ ਇਸ ਦੌਰ ਵਿੱਚ ਤੇ ਕਿੰਦੇ ਕੋਲ ਰਹੇ? मैं सार मज्जा के पट्ठे करता रहा एक दिन। ਕਿੰਦੇ ਕੋਲ? वो ऐसे चौधरी अल्ताफ। ਚੌਧਰੀ ਅਲਤਾਫ ਵਹੀਦ ਦਾ ਕੀ ਲੱਗਦਾ ਸੀ? नहीं वो कुछ नहीं सी लगता। ਕੋਈ ਜਾਣੂ ਸ਼ਾਣੂ ਕੋਈ ਨਹੀਂ? नहीं जी ਉਸੇ ਸ਼ਹਿਰ ਦੇ ਵਿੱਚ ਵਹੀਦ ਰਹਿੰਦਾ ਸੀ, ਉਸੇ ਸ਼ਹਿਰ ਤੁਸੀਂ ਜੰਗ ਦਾ ਹੀ ਸੀ ਨਾ? वो सारे इतने दर्दा से अपना बाबे दा? नहीं ये दर्दा चनियोट वाली साइड दा ਉਹਦੀ जी। ਪਹਿਲੀ ਸੁਆਣੀ ਕਿੱਥੇ ਰਹਿੰਦੀ ਸੀ? ਉਹਦੀ ਪਹਿਲੀ ਸਵਾਣੀ ਟੋਬੇ ਦੀ ਹੈ ਜੀ। ਟੋਬੇ। ਜੀ ਹਾਂ। ਤੇ ਤੁਸੀਂ ਕਿੱਥੇ ਸੋ? ਅਸੀਂ ਜੰਗ ਹਾਂ, ਅੱਛਾ ਅੱਗੇ ਚਲੋ ਫਿਰ। ਤੇ ਉਹਨਾਂ ਕੋਲ ਪੱਠੇ ਕਰਦਾ ਰਿਹਾ ਮੈਂ ਤਕਰੀਬਨ 9-8। ਉਹਨਾਂ ਨੂੰ ਪਤਾ ਸੀ ਕਿ ਤੁਸੀਂ 302 ਵਿੱਚ ਮਤਲੂਬ ਹੋ? ਹਾਂਜੀ ਨਹੀਂ ਉਹਨਾਂ ਨੂੰ ਕੋਈ ਨਹੀਂ ਸੀ ਪਤਾ ਜੀ। ਕਦੀ ਉਹਨਾਂ ਨੇ ਤੁਹਾਡਾ ਸ਼ਨਾਖਤੀ ਕਾਰਡ ਨਹੀਂ ਮੰਗਿਆ, ਪੁੱਛਿਆ, ਦੱਸਿਆ ਨਹੀਂ ਕਿ ਆ ਬੰਦਾ ਅਸੀਂ ਰੱਖ ਰਹੇ ਹਾਂ, ਕੌਣ ਹੈ? ਮੈਨੂੰ ਛੱਡਿਆ ਸੀ ਇੱਕ ਬੰਦੇ ਨੇ ਉੱਥੇ ਜੀ। ਉਹ ਬੰਦਾ ਕੌਣ ਸੀ? ਉਹ ਨੌਲ ਹੈ ਸੀ। ਹੈ ਨੌਲ ਨੌਲ? ਕੀ ਨੌਲ? ਨਾਮ ਪੂਰਾ ਕੀ ਸੀ? ਉਹਦਾ ਨਾਂ ਸੀ ਮੁਹੰਮਦ ਸ਼ਰੀਫ। ਅੱਛਾ, ਮੁਹੰਮਦ ਸ਼ਰੀਫ ਸੀ। ਮੁਹੰਮਦ ਸ਼ਰੀਫ ਨੂੰ ਕਿਵੇਂ ਜਾਣਦੇ ਸੋ? ਜੀ ਉਹ ਯਾਨੀ ਕਿ ਸਾਡੇ ਪਿੰਡ ਦਾ ਹੀ ਸੀ ਨਾ, ਉਦੋਂ ਰਹਿੰਦਾ ਉੱਥੇ ਹੀ ਸਾਡੇ ਪਿੰਡ। ਹੁਣ ਪਤਾ ਹੈ ਕੀ ਹੋਏਗਾ ਤੁਹਾਡੇ ਨਾਲ? ਕੀ ਹੋਏਗਾ ਇਹ ਤਾਂ ਹੁਣ ਸਾਰੇ ਇਹਨਾਂ ਨੂੰ ਪਤਾ ਹੈ। ਨਹੀਂ ਤੌਰ ਤਿਆਰ ਹੋ? ਸਰ ਜੋ ਇਹਨਾਂ ਕਰਨਾ ਹੁਣ ਇਹਨਾਂ ਨੇ ਕਰਨਾ, ਅਸੀਂ ਤੇ ਕੁਝ ਜੀ। ਸ਼ਾਇਦ ਮੈਨੂੰ ਇੱਕ ਗੱਲ ਦੱਸ, ਜੀ ਇਹਨਾਂ 20-22 ਸਾਲਾਂ ਦੇ ਵਿੱਚ ਜੀ ਖਾਨਦਾਨ ਵਿੱਚ ਆਬਵੀਅਸਲੀ ਕਈ ਲੋਕ ਮਰੇ ਵੀ ਹੋਣਗੇ, ਕਈਆਂ ਦੇ ਵਿਆਹ ਵੀ ਹੋਏ ਹੋਣਗੇ, ਬਾਲ ਬੱਚਾ ਵੀ ਵੱਡਾ ਹੋਇਆ ਹੋਏਗਾ। ਜੀ ਇਹ ਪਿਛਲੇ ਟੱਬਰ ਨਾਲ ਘਰਦਿਆਂ ਨਾਲ ਕੋਈ ਰਾਬਤਾ ਰਿਹਾ? ਨਹੀਂ ਜੀ ਨਹੀਂ ਸੀ ਜਾਂਦਾ ਮੈਂ। ਮਾਂ ਪਿਓ ਨਹੀਂ ਸੀ ਜਾਂਦਾ, ਸਿਰਫ ਵਾਲਦਾ ਨਾਲ ਮਿਲਦਾ ਸੀ ਚੋਰੀ ਛੱਪੇ। ਕਿੱਥੇ? ਕਦੀ ਕਿਤੇ ਯਾਨੀ ਕਿ ਕਿਤੇ ਪਤਾ ਚੱਲ ਜਾਣਾ ਤੇ ਚਲੇ ਜਾਂਦਾ, ਲੇਕਿਨ ਉਂਝ ਨਹੀਂ ਸੀ ਜਾਂਦਾ। ਕਿੱਥੇ ਚਲੇ ਜਾਣਾ? ਕਿੱਥੇ ਪਤਾ ਲੱਗ? ਯਾਨੀ ਕਿ ਪਤਾ ਲੱਗਦਾ ਸੀ ਨਾ ਪਾ ਕਿਤੇ ਆਈ ਹੋਈ ਹੈ ਤੇ ਫਿਰ। ਘਰੇ ਕਿੰਦੇ ਨਾਲ ਰਾਬਤਾ ਸੀ ਟੈਲੀਫੋਨ ਤੇ? ਹਾਂਜੀ
ਹਾਂ ਬੋਲੋ। ਉਂਝ ਕਿਸੇ ਕੋਲ ਪੁੱਛ ਪਾਛ ਲੈਂਦਾ ਸਮਾਂ, ਕਿਸੇ ਕੋਲੋਂ ਕੀ ਤਾਰ ਆਂਦੀ ਸੀ, ਕਬੂਤਰ ਆ ਕੇ ਦੱਸਦਾ ਸੀ, ਕੋਈ ਤੇ ਦੱਸਦਾ ਹੋਏਗਾ ਨਾ। ਲੇਕਿਨ ਇਹ ਵੀ ਉਂਝ ਵਾਲਦਾ ਨੂੰ ਮੈਂ ਕਿਸੇ ਵੇਲੇ ਕੌਣ ਦੱਸਦਾ ਸੀ ਕਿ ਕੀ ਸੂਰਤ ਹਾਲ ਘਰਦਿਆਂ ਨਾਲ ਰਾਬਤਾ ਕੌਣ ਰਖਵਾਉਂਦਾ ਸੀ, ਇਹ ਪੁੱਛ ਰਿਹਾ। ਉਹ ਸ਼ਰੀਫ ਹੀ ਦੱਸਦਾ ਸੀ ਜੀ, ਜਿਹੜਾ ਸ਼ਰੀਫ। ਜੀ ਹਾਂ, ਕਿੰਨੀਆਂ ਭੈਣਾਂ ਸਨ? ਇੱਕ ਹੀ ਭੈਣ ਹੈ ਜੀ। ਉਹਦੇ ਵਿਆਹ ਸ਼ਾਇਦ ਕੋਈ ਆਇਆ ਗਿਆ ਕੋਈ ਨਹੀਂ? ਨਹੀਂ, ਉਹਦਾ ਵਿਆਹ ਮੈਂ ਛੋਟਾ ਜਿਹਾ ਸੀ ਤੇ ਉਹਦਾ ਹੋ ਗਿਆ ਸੀ। ਅੰਮਾ ਅੰਮਾ ਹੈ ਸੀ ਜਿੰਦੀ ਹੁਣ? ਜੀ ਮਾਸ਼ਾਅੱਲਾ ਹਯਾਤ ਹੈ ਜੀ। ਅੱਬਾ? ਅੱਬਾ ਵਾਲਦ ਫੌਤ ਹੋਏ। ਪਹਿਲੇ ਫੌਤ ਹੋ ਗਿਆ ਸੀ, ਬਾਅਦ ਵਿੱਚ? ਨਹੀਂ, ਮੈਂ ਛੋਟਾ ਜਿਹਾ ਸੀ ਤੇ ਫੌਤ ਹੋ ਗਿਆ ਸੀ। ਠੀਕ ਹੋ ਗਿਆ। ਯਾਨੀ ਕੋਈ ਬੀਵੀ ਬੱਚਾ ਕੋਈ ਉਸ ਟਾਈਮ ਕੋਈ ਤੈਨੂੰ ਨਹੀਂ ਯਾਦ ਪੈਂਦੀ ਕਿ ਮੈਨੂੰ ਕਿਸੇ ਦੀ ਜੁਦਾਈ ਉਦਾਸੀ ਕੋਈ ਪਰੇਸ਼ਾਨੀ ਰਹੀ ਹੋਵੇ ਨਾ 22 ਸਾਲਾਂ? ਨਹੀਂ, ਵਿਆਹ ਹੀ ਮੇਰਾ ਹੁਣ ਹੋਇਆ ਜੀ, ਤਕਰੀਬਨ 7 ਸਾਲ ਹੋ ਗਏ। ਯਾਨੀ ਇਹਨਾਂ 22 ਸਾਲਾਂ 'ਚ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਕਿ ਮੈਂ ਕਿਸੇ ਨੂੰ ਮਿਲ ਨਹੀਂ ਪਾ ਰਿਹਾ, ਕਿਸੇ ਨਾਲ ਰਾਬਤਾ ਨਹੀਂ ਰਹਿ ਰਿਹਾ? ਮੈਂ ਡਰੇ ਹੋਏ ਜਾਂਦਾ ਹੀ ਨਹੀਂ ਸੀ ਜੀ ਪਿੰਡ ਹੀ। ਹਾਂ, ਪੱਠੇ ਹੀ ਪਾਈ ਗਿਆ ਮਜਾ। ਜਦੋਂ ਉਹ ਫੌਤ ਹੋਇਆ ਨਾ ਜੀ ਚੌਧਰੀ ਅਲਤਾਫ, ਉਹ ਦੁਨੀਆ ਤੋਂ ਚਲਾ ਗਿਆ, ਉਸ ਵੇਲੇ ਮੈਂ ਉੱਥੋਂ ਕੰਮ ਛੱਡਿਆ ਉਹਨਾਂ ਕੋਲ। ਫਰੀਜਾ ਕਿਵੇਂ? ਫਰੀਜਾ ਇਹ ਤਾਂ ਹੁਣ ਪਤਾ ਨਹੀਂ ਜੀ, ਉੱਥੇ ਕੰਮ ਹੀ ਕਰਦਾ ਹਮ ਤੇ ਉਹਨਾਂ ਰਾਤੀ ਜਾ ਚੁੱਕਿਆ। ਪੁਲਿਸ ਤੁਹਾਡੇ ਕੋਲ ਆਈ ਕਿਵੇਂ ਹੈ ਤੇ ਦੱਸੋ। ਜੀ ਬੋਲੋ, ਸੁੱਤੋ ਹੋਇਆ ਸੀ ਜੇ ਆਈ ਹੈ ਜੀ। ਇਹ ਤਾਂ ਮੌਤ ਦਾ ਫਰਿਸ਼ਤਾ ਆਂਦਾ। ਪੁਲਿਸ ਨੂੰ ਕਿਸੇ ਤੋਂ ਤਾਂ ਪਤਾ ਲੱਗਾ ਹੋਏਗਾ ਨਾ। ਹੁਣ ਇਹ ਤਾਂ ਮੈਨੂੰ ਨਹੀਂ ਪਤਾ ਜੀ ਕੇਸ ਦੱਸਿਆ ਕੇਸ ਨਹੀਂ ਦੱਸਿਆ, ਲੇਕਿਨ ਉੱਥੇ ਘਰ ਹੀ ਆਇਆ ਸਾਂ। ਹੁਣ ਜ਼ਿਹਨ 'ਚ ਕੀ ਚੱਲਦਾ ਹੈ ਉਸ ਵਕਤ ਨਾ ਹੋਇਆ ਹੁੰਦਾ, ਕੀ ਚੱਲਦਾ ਕੀ ਹੈ? ਬਸ ਜੀ ਹੌਸਲੇ ਹੋ ਸਕਿਆ, ਉਹ ਜੇ ਮੈਂ ਉਹਨਾਂ ਦੇ ਨਾਲ ਹੀ ਫੜਿਆ ਜਾਂਦਾ ਤਾਂ ਫਿਰ ਹੋ ਸਕਦਾ ਸੀ ਮੈਨੂੰ ਵੀ ਮਾਫੀ ਮਿਲ ਜਾਂਦੀ ਜੀ ਉਦੋਂ। ਕੀ ਬਿਹਤਰ ਹੁੰਦਾ ਕਿ ਜਿਸ ਟਾਈਮ ਤੇਰੇ ਹੱਥ ਸਾਫ਼ ਸਨ, ਤੂੰ ਸਮਝਣਾ ਮੈਂ ਕੀਤਾ ਕੁਛ ਨਹੀਂ ਸੀ ਤੇ ਆਪਦੇ ਆਪ ਨੂੰ ਪੇਸ਼ ਕਰ ਦਿੰਦਾ? ਉਹ ਸਾਰਾ ਹੋ ਸਕਿਆ, ਮੈਂ ਬੜੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਜਿਹੜਾ ਸ਼ਰੀਫ ਹੈ ਸੀ ਨਾ, ਉਹ ਉੱਥੋਂ ਪੈਸੇ ਲੈ ਲੈਂਦਾ ਸੀ ਮੇਰੇ ਕੋਲੋਂ ਮਜ਼ਦੂਰੀ ਦੇ। ਅੱਛਾ ਜੀ। ਜੀ, ਤੇਰਾ ਰੋਲਾ ਮੁਕਾ ਦਿੱਤਾ ਹੈ ਤੂੰ। ਕਿੰਨੇ ਪੈਸੇ ਭਰੇ ਨਹੀਂ ਸ਼ਰੀਫ ਨੂੰ? ਉਹ ਤਕਰੀਬਨ ਉਹਨੂੰ ਬੜੇ ਪੈਸੇ ਦਿੱਤੇ ਨੇ ਉੱਥੋਂ। ਕਿੰਨੇ ਕੋ? ਪਹਿਲੀ ਦਫਾ ਜਦੋਂ ਉਹਨੇ ਛੱਡਿਆ ਸੀ ਨਾ ਉੱਥੇ, ਉਹਨੂੰ 50,000 ਦਿੱਤਾ ਸੀ ਉਹਨੂੰ। ਯਾਨੀ ਅਸਲ ਵਿੱਚ ਇਹ ਗੱਲ ਮੈਂ ਕਹਾਂ ਕਿ ਸ਼ਰੀਫ ਨੇ ਤੈਨੂੰ ਜਾ ਕੇ ਕਿਸੇ ਦੇ ਕੋਲ ਨੌਕਰ ਰਖਾਇਆ ਤੇ ਉਹਦੇ ਤੇਰੇ ਕੰਮ ਦੇ ਪੈਸੇ ਆਪ ਫੜਦਾ ਰਿਹਾ, ਐਵੇਂ ਹੀ ਹੋਇਆ? ਆਹੋ, ਜਦੋਂ ਮੈਂ ਪੁੱਛਦਾ ਸੀ ਨਾ, ਹੋ ਸਕਿਆ ਮੈਂ ਅੱਜ ਲਾਹੌਰ ਚਲਾ ਗਿਆ, ਤੇਰਾ ਰੋਲਾ ਮੁੱਕ ਗਿਆ, ਉੱਥੇ ਗੱਲ ਹੋ ਗਈ, ਖਤਮ ਹੋ ਗਿਆ, ਤੂੰ ਜਿੱਥੇ ਮਰਜ਼ੀ ਫੇਰ ਟੋਰ। ਉਸ ਤੋਂ ਪਿੱਛੇ ਤਕਰੀਬਨ 1,90,000 ਉਹਨੇ ਫੇਰ ਉਹਨਾਂ ਕੋਲ ਹੀ ਫੜਿਆ ਸੀ, ਉਸ ਜ਼ਿਮੀਦਾਰ ਕੋਲ ਜੀ। ਹਾਂ, ਤੇ ਹੁਣੇ ਤੂੰ ਕਹਿ ਰਿਹਾ ਜ਼ਿਮੀਦਾਰ ਨੂੰ ਪਤਾ ਕੋਈ ਨਹੀਂ ਸੀ ਕਿਸੇ ਗੱਲ? ਨਹੀਂ, ਉਸੇ ਜ਼ਿਮੀਦਾਰ ਜਿਹਦੇ ਕੋਲ ਮੈਨੂੰ ਉਹਨੇ ਛੱਡੇ ਹੋਇਆ ਸੀ ਜੀ, ਉਸੇ ਕੋਲੋਂ ਜਿਹੜਾ ਚੌਧਰੀ ਅਲਤਾਫ है। झूठो झूठ, झूठ के पाँव नहीं होते। एज अ मैटर ऑफ फैक्ट मैं आपको एक बात बताऊं, इस बंदे का इस कत्ल में अमल दखल ये पुलिस और मेरे कानून नाफिज करने वाले इदारों के साथ साथ अदलिया डिफाइन करेगी। आई एम नो वन। लेकिन मुझे इतना ज़रूर पता है कि जब आप कानून से फरार का रास्ता अख्तियार करते हैं ना, तो इवेंचुअली जो चीज़ सीधे रास्ते जाके आसानी से हल हो सकती है ना, वो लंबे रास्ते ख्वारी काटने के बाद आपकी ज़िंदगी तबाह करने के मुतरादिफ हो जाती है। अब ये बंदा बाकायदा भत्ता देता रहा है शरीफ नामी बंदे को, वो इसकी मजदूरी के पैसे तक इसे ले जाता रहा है और ख़ुद भी कुछ नहीं बनाया। 22 साल ज़िंदगी के ज़ाया हो गए। कि जो मेरा निज़ाम है, ये पुलिस ने 22 साल की मेहनत के बाद इसको पकड़ लिया है। इवेंचुअली वो बकरे की माँ जो है वो उसके खैर मनाने का वक्त ख़त्म हो गया है। लेकिन एज अ मैटर ऑफ फैक्ट उस कत्ल में जितने लोग इसके अलावा अरेस्ट हुए थे, वो सारे इस वक्त अपने अपने घरों में सो रहे हैं। और इवेंचुअली आपको अंदाज़ा हो चुका होगा कि ये केस, ये मुकदमा कितना कमज़ोर हो चुका हुआ है। अभी मुद्दई पार्टी जो है वो भी पुलिस के हाथ में नहीं आ रही। क्यों? क्योंकि इतना पुराना मुकदमा हो गया, मरने वाला मर गया, उसकी पैरवी करने के लिए तैयार कोई नहीं है। तो इसीलिए मैं कहता हूँ जस्टिस डिलेड, जस्टिस डिनाइड। अब पुलिस ने अपनी जान मार के इसको पकड़ लिया, लेकिन इवेंचुअली इसका जो भी हल निकलेगा, बहरहाल वो इंसाफ नहीं होगा। सो हैट्स ऑफ टू पुलिस जिन्होंने कोशिश करके इसको पकड़ा, लेकिन दिस टू द सिस्टम जिसने किसी मर जाने वाले को इंसाफ दिलवाना था। अल्लाह करे कि अब भी इंसाफ मिले। मिलते हैं ब्रेक के बाद। नाज़रीन, प्रोग्राम में एक बार फिर से खुशामदीद। सरवर साहब हमारे साथ मौजूद हैं। ही इज़ द पर्सन जो इस केस को इन्वेस्टिगेट कर रहे हैं, जिसमें 22 साल बाद पुलिस को कामयाबी मिली है कि इसमें उन्होंने कत्ल के मुलजिम को 22 साल बाद अरेस्ट कर लिया। अस्सलाम वालेकुम।
وعلیکم السلام. سرور بھائی پولیس obviously اپنا کام کر رہی ہوتی ہے, بہت ساری چیزیں ہوتی ہیں, 22 سال بعد یہ ملزم پکڑنا آفٹر آل اٹ از این اچیومنٹ. اس تھانے کا سب سے پرانا جو ہے یہ اشتہاری تھا. جی بسم اللہ الرحمن الرحیم. جی سب سے پہلے تو ہماری اپنے فرائض کے لحاظ سے ترجیح ہوتی ہے اس بات پہ کہ کسی بھی ملزم نامزد کو یا قابل گرفتار کو گرفتار کرنا ضروری ہوتا ہے ہمارے لیے. تو کچھ حالات ایسے پیدا ہو جاتے ہیں کہ جس وقت ملزمان جو ہے اپنی پوزیشن چینج کر لیتے ہیں, رہائش تبدیل کر لیتے ہیں, نام تبدیل کر لیتے ہیں, جس وجہ سے ہمارے لیے, ہمارے محکمے کے لیے وہ مشکلات کھڑی ہوتی ہیں. اپنی شناخت اور موجودگی کو چھپا لیتے ہیں. جی اپنی شناخت اور موجودگی کو چھپا لیتے ہیں, تبدیل کر لیتے ہیں. اچھا, اس میں اب آبویسلی جیو فرینزک ہو سکتی ہے, اب آپ کو فنگر پرنٹس کا سہارا لیا جا سکتا ہے, ابھی آپ موبائل ڈیٹا سے لوگوں کو تلاش کر سکتے ہیں, لیکن 2001 میں یہ فیسلٹیز اس طریقے سے اویلیبل نہیں تھیں. یہ بھی کیا ایک بڑی وجہ رہی اس سارے معاملے میں؟ جی بالکل ضروری ہے کہ جس وقت کا یہ وقوع ہے, یہ 2001 آج سے تقریباً 22 سال قبل کا یہ وقوع ہے, تو اس وقت ہمارے پاس جو اب اس وقت سہولیات میسر ہیں اس وقت یہ چیزیں نہیں تھیں, یا ان چیزوں سے ہم مدد حاصل نہیں کر سکتے تھے. تو اس وقت زیادہ تر ہمارے پاس کیا ہے, لوکل انفارمر سورس, ہمارے اپنے سورس یا سول لائف پہ ہم مطلب سورس کو حاصل کرتے ہیں, ریلائی کر رہے ہوتے ہیں. ان پہ ریلائی کرتے ہوئے ہم اپنے مقصد کے لیے, اپنے ٹارگٹ کے لیے. اس ملزم نے واقعی کیا قتل میں یہ حصہ دار تھا یا یہ ڈر کے بھاگا ہوا شخص تھا؟ جی بیفور ٹائم جو ہے نا, کسی بھی ملزم کے لیے دوران تفتیش ہم کوئی ایسا لفظ استعمال نہیں کرتے کہ وہ قصوروار تھا. آپ کی تفتیش کیا بتاتی؟ میں وہی عرض کر رہا ہوں کہ یہ ایف آئی آر میں نامزد ملزم ہے. تو جو ایف آئی آر ہماری ہے اس کا مضمون ہے کہ اس میں جو اصل ملزم مارنے والا ہے, جس نے اس مقتول کو قتل کیا ہے, اس کا نام عبدالغفار تھا. اور وہ پکڑا گیا تھا؟ جی وہ گرفتار ہو چکا ہے. اور اس کے بعد وہ اس وقت اپنے گھر میں سویا ہوگا؟ جی اس کے بارے میں, اس کی گرفتاری جو ہے نا, اس کے بارے میں گرفتار کرنا اور اس کے بعد اس کو بعد ریمانڈ یا برآمدگی کی مقدمات کی, تو ہم ملزمان کو جوڈیشل کروا دیتے ہیں. جوڈیشل ہونے کے بعد, کیونکہ یہ مقدمہ 22 سال پرانا ہے, تو اس کے بارے میں ہمیں بیفور ٹائم جو ہے نا وہ کچھ نہیں کہا جاتا. اعلیٰ قتل برآمد ہو گیا تھا, اور رسی جسے گلا گھونٹا گیا تھا, جی اس میں وہ برآمدگی ہو چکی تھی. وہ میں پکڑا گیا تھا جس پر ایف آئی آر میں نام, جی نامزد ملزم جس کے نام, اس پر ابھی تک قتل ثابت نہیں ہوا. جی قتل ثابت تو ہوگا نا انشاءاللہ. ابھی اس کا رول جو متعلقہ ہمارا ملزم ابھی پکڑا ہوا ہے شاہد, تو اس کا رول بھی دیکھیں گے کہ اس کو نامزد ایف آئی آر کیا گیا ہے, کس بیس پہ کیا گیا ہے, اس کا اس تفتیش میں, اس مقدمے میں, اس مرڈر میں کتنا رول ہے اور کس حد تک ہے. جو لوگ اپنے گھروں کو جا چکے وہ لوگ دوبارہ ان کو شامل تفتیش کرنا پڑے گا اس کے اریسٹ کے بعد؟ جی نہیں, وہ کسی صورت بھی نہیں آئیں گے. وہ نہیں آئیں گے؟ وہ نہیں آئیں گے. مدعی جو ہے وہ بھی پرانا مقدمہ سمجھ کے شاید اب گوشہ نشین ہو چکا ہوگا. مدعی مقدمہ بھی جو خاص طور پہ جو مقدمات پرانے ہو جاتے ہیں نا, ان میں وہ ان کی عدم دلچسپی, عدم پیروی ہوتی ہے, کیونکہ ان کو اس کو سزا کیسے دلوائیں گے اگر یہ واقعی ملزم ہے؟ سزا سر ان کا ابھی وہ بعد میں جب کیس کا ٹرائل چلے گا نا, ٹرائل میں فیصلہ تو اس کو ہوگا, ڈیسیجن اس کو ہونا ہے, جو قابل سزا ملزم ہے اس کو سزا ملے گی. اگر یہ شخص جو ہے موقف اپناتا ہے جیسے اس نے اپنایا ہے کہ میں نے تو فائر کی آواز سنی ہے, کوئی فائر بھی وہاں پر ہوا تھا؟ جی فائر کی آواز مدعی نے بھی اپنے مضمون میں لکھا ہے کہ فائر کی آواز آئی تھی. وہ ہوائی فائر تھا؟ وہ ہوائی فائر تھا جی, کیونکہ مقتول کو نہیں لگا. مقتول کو جو کاز آف ڈیتھ ہے وہ اس کا گلا دبانے سے, گلا مطلب رسی یا تار کے ذریعے اس کو گلا دبا کر مارا گیا. آپ کو کیا لگتا ہے کہ پولیس کتنا کامیاب ہو سکے گی اس شخص کو سزا دلوانے میں؟ سر ہم اپنا رول ادا کریں گے کہ ہمارا کام ہے شہادت اکٹھی کرنا, شہادت اکٹھی کر کے ملزم کو چلان عدالت کر دینا. ہمارے پاس کوئی بڑا ثبوت موجود ہے اس کے حوالے سے سر اس میں یہ ریفلیکٹ کرے کہ واقعی یہ قاتل تھا یا قاتلوں میں شامل تھا؟ اس میں ابھی تک ہمارے پاس اتنی کوئی مضبوط شہادت نہیں ہے کہ جس سے ہمیں اس کو 100% جو ہے نا وہ قصوروار ٹھہرائیں. ٹھیک ہو گیا جی. سرور صاحب ہمارے ساتھ موجود تھے, آبویسلی انہوں نے بڑی خوبصورت انداز میں وہی بات بتائی جو ایز اے میٹر آف فیکٹ ریالٹی ہے, لیکن اپریسیشن اس بات کی کہ چلو 22 سال بعد بھی آپ نے ایک گڑا مردہ نکال لائے ہیں اور اس کو لا کر کھڑا کر دیا ہے, جو کہ قانونی ذمہ داری تھی آپ کی. سو تھینک یو ویری مچ. ملتے ہیں بریک کے بعد.
नाज़रीन, प्रोग्राम में एक बार फिर से खुश आमदीद। इस वक्त मौजूद हैं थाना नश्तर कॉलोनी में, और आज जो इंसिडेंट आपके सामने रख रहे हैं बेसिकली वो 22 साल पुराना है। ये दोबारा से ज़ख्म ताज़ा सिर्फ इस वजह से हुआ है कि आज इस थाने की पुलिस ने इंतहाई कामयाबी के साथ 22 साल पुराना मुलजिम जो है उसको गिरफ्तार कर लिया है। एज अ मैटर ऑफ फैक्ट वो इस थाने का रिपोर्टेडली सबसे पुराना इश्तिहारी बताया जा रहा है, लेकिन नॉर्मली ऐसा होता नहीं है। पुराने मुलजिमान जो है, किसी ने अपनी शनाख्त बदल ली, कोई कहीं भाग गया, कोई कहीं भाग गया, और वक्त के साथ साथ वो फाइलें गर्द आलूद होती रहती हैं। नए मुकदमात का फ्लक्स इतना ज़्यादा है कि पुलिस पुराने मुकदमात को उस तरीके से फॉलो ट्रेस नहीं कर पाती। हमारे साथ इंचार्ज इन्वेस्टिगेशन कासिम भाई मौजूद हैं। कासिम भाई, 22 साल एक शख्स कामयाबी के साथ मफरूर रहा है, और इनफैक्ट मेरे जहन में बार बार वही फिक्र आ रहा है कि बकरे की माँ कब तक खैर मनाएगी। तो हुआ क्या था, क्या इसका जुर्म क्या था, और अब ये अरेस्ट कैसे हुआ, ये लीड कहाँ से मिली, कैसे ये सब चीज़ें पॉसिबल हुई? ये जी 2001 का जुलाई का वाक़या है कि इधर एक पोल्ट्री फार्म था दरबार बाबा नूर शाह के करीब। ओके। उधर एक शहजाद सलीम साहब थे, उन्होंने एक पोल्ट्री फार्म बनाया हुआ था। उन्होंने उधर अपने पोल्ट्री की जो है ना पोल्ट्री के आइटम्स की, उनकी हिफाजत के लिए मतलब 7-8 गार्ड रखे हुए थे। ठीक है। उनके गार्ड के ऊपर एक मुंशी था अब्दुल हमीद नामी। वो अब्दुल हमीद नामी मुंशी जो है ना, इनको गार्ड को कहता था कि आप बाहर ना जाया करें, आप इधर अंदर रहा करें, क्योंकि चोरी चिकारी का है या कोई डाकू आ जाए, चोर आ जाए, कोई मुर्गिया को ले जाया करे, तो ये काम मौजूद रहे। वो उसकी बात मानते नहीं थे। इसी चीज़ का उनको रंज था। एक रात इन साहब ने प्लानिंग की और उन्होंने उसके 4 रुपये की जो होती है रस्सी वगैरह, हाँ, उसके साथ ही इनको उसको न फंदा दे दिया। तो वो जब शहजाद सलीम साहब देखते हैं तो उसको फंदा हुआ, उन्होंने जल्दी से छुरी से काटा, लेकिन उस वक्त तक जो अब्दुल हमीद मुंशी की डेथ हो चुकी थी। हैंग किया या लेटे कोई फंदा? लेटे हुए जो 7 चार लगा ना उसको बांध मतलब फंदा उसको डाल दिया। तो ये सारे 7-8 जो बंदे थे ये ना मौके से भाग गए। उनमें सारे तो वक्तन पकड़े जाते रहे। बाकी ये जो था शाहिद अख्तर, ये काफ़ी साल से मतलब कि 2001 से जो है ना ये उसका अंडर था, भागा हुआ था। तो इसको हमने जदीद टेक्नोलॉजी की मदद से मदइयों से थोड़ी मालूमात लेके और दूसरे जो पहले पकड़े हुए लोग थे उनसे थोड़ी इन्फॉर्मेशन लेके, तो इसको जो हमारी ऑपरेशन की टीम है उसने जो है ना इसको ट्रेस हो गया। अच्छा कासिम भाई, 22 साल एक बहुत तवील अरसा होता है। इस अरसे में जनरेशन्स बदल जाती हैं। मैं ये बिलीव करता हूँ जस्टिस डिलेड जस्टिस डिनाइड, और ताख़ीर ज़्यादा जो इंसाफ होता है वो बेसिकली थोड़ा सा बदबूदार होता है। ये तो एक फैक्ट है, इसमें तो कोई दूसरी राय नहीं है। मुदई जो हैं 6 महीने में थक जाते हैं सर। किसी भी इंसिडेंट के बाद कोई बहुत ज़्यादा लड़ जाए तो वो 6 साल लड़ जाएगा। यहाँ 22 साल हो चुके, मुदइयों की क्या सूरत हाल है? मैं आपको और कहता हूँ कि देखें ना कि मदई तो कुछ सके तो नहीं है ना। वो मदई एक तो पोल्ट्री फार्म का मालिक है, उसके सारे मुलाजम हैं, ठीक है। तो अभी ये पकड़ा गया असल चाहे मुलजिम जो है ना वो है जो वहाँ के स्टाफ था, हाँ स्टाफ था ना। तो वो बाकी जो मदई है ना, वो मदई तो उधर के मालिक है पोल्ट्री फार्म, ठीक है। क्योंकि इनके जो मुर्सा वगैरह थे वो तो मौके पर मौजूद नहीं थे। अब्दुल हमीद मुंशी रिपोर्टेडली वो पार्टनर भी था, मुंशी जो है पार्टनर बन चुका हुआ था। तो ये देखिए इसने कि कत्ल करके स्कॉन्डर रहना, और उसके बाद एक हमारे लिए चैलेंज इसको पकड़ के अभी सबसे बड़ा चैलेंज जो है ना इसको सजा दिलवाना है, ठीक है। उसके लिए देखें कि मतलब कि 22 ईयर 21 ईयर्स होने बहुत एक मतलब कि शहादती एविडेंस वगैरह ज़ाया हो चुकी है काफ़ी ज़्यादा। बाकी इसके बावजूद जो हमारी इन्वेस्टिगेशन की टीम है, हमने जो बेस्ट आई है वो इसमें लगाए हुए हैं कि आप उनकी एविडेंस की कलेक्शन करें। तो इंशाल्लाह हम कलेक्शन करके कोशिश करेंगे। अच्छा, मुलजिम कहता है कि फायर की मैंने आवाज़ सुनी है, कोई फायर भी लगा हुआ था? नहीं, फायर नहीं लगा हुआ था। ये सिंपल उन्होंने फंदा ही बना के उसको जो है ना गले में दिया। यानी मुलजिम झूठ बोल रहा है कि फायर। मुलजिम कोई भी नहीं कहता कि जी मैं गुनाहगार हूँ। वो तो पुलिस के सामने तो टैक्टिक्स इस्तेमाल करता है कि नहीं जी मैं बेगुनाह हूँ, मैं बेगुनाह हूँ। लेकिन अगर बेगुनाह होता तो 21 और 22 ईयर्स भागा ना रहता, पुलिस के सामने पेश हो जाता, सरेंडर कर देता। अच्छा, नॉर्मली ना लोग डर भी जाते हैं कि मैं गया तो पता नहीं वापस ही नहीं आऊँगा। ये देखें ना, इसको पता है कि बाकी 6-7 लोग जो थे वो उनके साथ बिल्कुल हक सच हुआ, तो इसके साथ कौन सा बुरा होने वाला था? इसके साथ 6-7 के 6-7 सारे बार आ चुके हैं। हाँ, अभी मरने वाला मरा है, 6-7 सारे बार आ गए, ये एक बंदा बचा था। अब वो कहता है मैं कातिल नहीं हूँ। क्या ऑब्वियसली इट इज़ लीगल थिंग और इस पर आपको काम भी करना पड़ेगा, क्योंकि वो बाहर आ गए या तो वो गलत बाहर आए हैं।
اور یا پھر یہ قاتل ہے اور یہ اندر جائے گا. کوئی ایسی شہادتیں بھی ملی ہیں, کوئی ایک تو قاتل ہے نا ان میں سے؟ نہیں ہو سکتا ہے ان کا کمپرومائز ہو گیا وہ ڈسیز کے جو فیملی ہے اس کے ساتھ, تو اس لیے باہر آئے ہیں. ضروری نہیں ہے کہ یہ بالکل بے انصافی ہوئی ہے ان کے ساتھ تو جو ہے نا باہر آ گئے ہیں, اس طرح کا معاملہ ہو سکتا ہے ان کا کمپرومائز ہو گیا ہو. اچھا, کمپرومائز جو ہے وہ بھی کیا ایک لٹکتے کیس کے ساتھ کمپرومائز بھی زیادہ اسٹرینتھن ہوتا جاتا ہے اگر بر وقت انصاف مل جائے؟ اور آبویسلی اس میں پولیس کا اپنا نیریٹو ہے اور برحق ہے کہ جی اتنی بڑا فلکس ہے, تعداد کم ہے, مسائل زیادہ ہیں. دوسری جانب جوڈیشری کے اپنے مسائل ہیں, وہ اپنی باتیں کر رہے ہوتے ہیں. غریب آدمی کہاں جائے؟ یہ دیکھیں نا کہ پولیس کا کام تو ہے کہ بندہ پکڑنا, پکڑ کے اس کے جو ایویڈنس لگا کے اس کو جو ہے نا چلان عدالت کرنا. آگے جو سزا کے معاملات ہیں وہ دیکھیں وہ عدالت کے ہیں کہ عدالت نے ان ساری ایویڈنسز کو آگے رکھ کے کر کے تو میرٹ پہ جو بھی فیصلہ ہوتا ہے وہ کرنا. اچھا قاسم بھائی, اس میں آبویسلی اس کو پکڑنا, اور چونکہ یہ نام بھی بدل کے غالباً رہ رہا تھا, یہ ایک مشکل کام تھا. ہمیں کیسے پتہ لگا, لیڈ کیسے ملی, کس طریقے سے اس کو اریسٹ کیا گیا؟ یہ جو ہماری آپریشن کی ٹیم ہے وہ ویری پروفیشنل ہے اس معاملے میں. سرفراز صاحب انسپیکٹر صاحب ہیں, کافی پڑھے لکھے, آئی ٹی کی, تو ان کی کافی اویئرنیس ہے. وہ اس کی گرفتاری میں مسلسل وہ ہمارے ساتھ بھی رابطے میں تھے, ہم اس کے ساتھ رابطے میں تھے. تو ان کو لیڈ جو معاملہ تھا ان کے پہلے 7 بندے جس میں نا چلان ہو چکے ہیں اس مقدمے میں, تو ان سے انفارمیشن لیتے لیتے ہمیں اس کے گاؤں کا پتہ چل گیا. گاؤں کے پتہ چلنے کے بعد پھر جدھر اس نے اپنی پناہ وغیرہ لی ہوئی تھی اس کا پتہ چلا. اس کا پتہ چلنے کے بعد اس نے اپنا نام تو وہی رکھا ہوا تھا, تھوڑی سی چینجنگ میں نہیں اسلم کر لیا تھا نا, تو شناختی کارڈ اس نے جو ہے نا اس کا بنوا لیا, کر لیا. تو وہاں سے پھر جو جب ہماری ریڈنگ پارٹی ادھر گئی ہے تو ادھر لوکل پولیس سے انہوں نے ہیلپ لی. لوکل جو ان کے ہمارے وہ فوڈ کانسٹیبل وغیرہ ہوتے ہیں ان کو ہم نے سیریز وغیرہ میں بھیجا, اور انہوں نے پھر پوری ریکی کر کے جب ہمیں 100% کنفرم ہو گیا, شیور ہو گیا کہ یہی بندہ ہے, تو پھر ہم نے اس پہ ہاتھ ڈالا. تو جب ہم نے اسے پکڑا تو یہ تھوڑا گھبرا گیا. کیا سچویشن کیا تھی جب اس کو آپ نے وہاں پکڑا؟ تو یہ بیٹھا ہوا تھا ویسے نارمل روٹین وائز. تو ہم نے اسے پوچھا کہ بھائی تم جو اتنے ہے وہ اشتہاری ہو اس طرح. اس نے کہا پہلے تو یہ مانا نہیں ہے, کہتا نہیں جی میں بالکل انوسینٹ ہوں, میں وہ بندہ نہیں ہوں. لیکن جب ہم نے پکڑا, جب پوری انفارمیشن جو تھی ہمارے پاس وہ اس کے سامنے رکھی, تو پھر اس نے کہا جی بالکل میں وہی بندہ ہوں. تو پھر ہم نے اس کو پکڑ کے چھوڑ دیا. ٹھیک ہو گیا. اچھا سر, جب بھی ایسا کوئی معاملہ ہوتا ہے, ایسا کوئی کیس ہوتا ہے, نارملی لت و لال سے کام لیا جاتا ہے کیونکہ پیچھے مدعی آ نہیں رہا, کوئی ایسی چیز ڈیولپ ہو نہیں رہی, اور میرے خیال سے انٹرنلی بھی اس کو ایک پرانے کیس کے طور پر سمجھا جا رہا ہوتا ہے. تو اس ایک ڈیڈ کیس پر اتنی جان مارنا کیا وجہ تھی؟ یہ دیکھیں نا کہ ایک جو اشتہاری ہوتا ہے نا پولیس کے لیے ایک بہت بڑا وہ اعزاز کی بات ہوتی ہے کہ اشتہاری پکڑنا. اور جو اس طرح کے پرانے اشتہاری ہیں وہ اس کو پتہ, پھر ہمارا جو محکمہ آفیسر ہے وہ ہمیں اپریشیٹ کرتے ہیں. وہ اپریسیشن ہی جو ہمارے لیے انعام ہوتا ہے, ریوارڈ ہوتا ہے کہ جو جتنا پرانا بندہ پکڑے وہ کہیں گے یہ دیکھیں نا آپ پروگرام کرنے آ گئے ہیں کہ 21-22 ایئرس ہو گئے ہیں یار, ایک یہ جو اسٹوری بنتی ہے. تو پھر ہم چاہتے تھے کہ کوئی ہم سم تھنگ ڈفرینٹ کریں اس میں. And you did this. Yes. سو ناظرین, قاسم بھائی ہمارے ساتھ موجود تھے, اور obviously یہ پولیس کے لیے ایک اعزاز کی بات ہے کہ ایک وہ شخص جو 22 سال سے کئی لوگ آئے اس تھانے میں, بہت سارے لوگوں نے کام کیا, ایک کے بعد ایک تبدیل ہوتا رہا. ابھی یہاں پر آپ بورڈ دیکھیں تو وہاں پر میرے خیال سے درجن بھر افسران جو ہیں اور ملازمین وہ بدل چکے ہوں گے, لیکن بہرحال وقت کے ساتھ 22 سال بعد ہی صحیح اس تک بھی پہنچ گئے. اور آبویسلی جب پولیس ارادہ کر لے, میں تو ہمیشہ یہ کہتا ہوں کہ پولیس اور پولیس آفیسر جب ارادہ کر لیں تو کوئی بھی بول سکتا ہے کہ پائن میں ہی ہے گا. تو ہائیلی اپریشیٹڈ جی, دے ڈیڈ دیئر جاب, اور مور پاور ٹو دیم. اجازت چاہیں گے. السلام علیکم.